ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਐਬਰੋਡ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਅਰਵਿੰਦਰਪਾਲ ਸਿੰਘ। ਬਹੁਤ ਸਵਾਗਤ ਤੁਹਾਡਾ, ਜੀ ਆਇਆਂ ਨੂੰ। ਬਹੁਤ ਸ਼ੁਕਰੀਆ ਸੰਜੀਵ ਜੀ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪਣੇ ਦਰਸ਼ਕਾਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਜਦੋਂ ਅਸੀਂ ਪ੍ਰੋਗਰਾਮ ਦੀ ਰਿਕਾਰਡਿੰਗ ਵਾਸਤੇ ਤਿਆਰ ਹੋ ਰਹੇ ਸੀ ਤਾਂ ਰਵਿੰਦਰ ਜੀ ਨੇ ਮੈਨੂੰ ਇੱਕ ਬੜੀ ਇੰਟਰਸਟਿੰਗ ਗੱਲ ਦੱਸੀ ਕਿ ਅੱਜ ਬਹੁਤ ਵਧੀਆ ਐਕਸਪੀਰੀਅੰਸ ਹੋਇਆ ਇਹਨਾਂ ਨੂੰ ਆਫਿਸ ਦੇ ਵਿੱਚ। ਇੱਕ ਕੇਸ ਸਟੱਡੀ ਹੈ ਬੜੀ ਇੰਟਰਸਟਿੰਗ। ਸੋ ਮੈਂ ਚਾਹਾਂਗਾ ਕਿ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰੋ ਤਾਂ ਕਿ ਇੱਕ ਰਾਹ ਤੁਰੇ ਗੱਲਬਾਤ ਕਰਨ ਦਾ। ਯੈਸ ਸੰਜੀਵ ਜੀ, ਖੈਰ ਵੀ ਕੈਨ ਇਨਕਲੂਡ ਦਿਸ ਬਿਕਾਜ਼ US ਕਾਫੀ ਵੀਜ਼ਾਸ ਦੇ ਰਿਹਾ ਔਰ ਅਸੀਂ US ਤੇ ਇੰਡੀਆ ਤੋਂ ਕੇਸਿਸ ਅਪਲਾਈ ਕਰਦੇ ਸੋ ਅਸੀਂ ਯੂਰਪੀਅਨ ਕੰਟਰੀਜ਼ ਤੋਂ ਆਸਟ੍ਰੇਲੀਆ ਤੋਂ ਆਸੇ-ਪਾਸੇ ਵੀ ਕੇਸਿਸ ਅਪਲਾਈ ਕਰਦੇ ਹਾਂ। ਸੋ ਵੀ ਹੈਡ ਅ ਸਟੂਡੈਂਟ, ਸ਼ੀ ਕੰਟੈਕਟਡ ਅਸ। ਉਹਨੇ 1.5-2 ਮਹੀਨਾ ਪਹਿਲਾਂ ਸਾਡੇ ਨਾਲ ਗੱਲਬਾਤ ਕੀਤੀ ਐਂਡ ਸ਼ੀ ਵਾਸ ਸਟਰਕ ਇਨ ਆਸਟ੍ਰੇਲੀਆ। ਔਰ ਆਸਟ੍ਰੇਲੀਆ ਬਿਕੋਜ਼ ਉਹਦਾ ਪ੍ਰੀਵੀਅਸ ਜਿਹੜੀ ਪੜ੍ਹਾਈ ਖਤਮ ਹੋ ਗਈ ਸੀ, PR ਦਾ ਕੋਈ ਰਾਹ ਨਹੀਂ ਬਣ ਰਿਹਾ ਸੀ ਐਂਡ ਸ਼ੀ ਹੈਡ ਨੋ ਵੇ ਟੂ ਗੋ। ਸੋ ਕੰਸਲਟੇਸ਼ਨ 'ਚ ਇਹ ਗੱਲ ਚੀਜ਼ ਉਹਨੂੰ ਸਮਝਾਈ ਗਈ ਕਿ ਤੁਸੀਂ USA ਅਪਲਾਈ ਕਰ ਸਕਦੇ ਹੋ ਐਂਡ ਅਸੀਂ ਉਹਦਾ US ਦਾ ਵੀਜ਼ਾ, ਸਟੂਡੈਂਟ ਵੀਜ਼ਾ F1 ਵੀਜ਼ਾ ਆਸਟ੍ਰੇਲੀਆ ਤੋਂ ਅਪਲਾਈ ਕੀਤਾ ਐਂਡ ਅੱਜ ਮਾਰਨਿੰਗ ਦੇ ਵਿੱਚ ਉਹਦਾ ਵੀਜ਼ਾ ਅਪਰੂਵ ਹੋ ਗਿਆ ਹੈ। ਸੋ ਅਲਟੀਮੇਟਲੀ ਕੀ ਹੈ ਕਿ ਅੰਬੈਸੀ ਬਹੁਤ ਪੋਜ਼ਿਟਿਵ ਹੈ ਔਰ ਯੈਸ ਇਸ ਸਮੇਂ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਉਹਨੂੰ ਪ੍ਰਾਇਓਰਿਟਾਈਜ਼ ਕੀਤਾ ਗਿਆ। ਸੋ ਸਟੂਡੈਂਟਸ ਨੂੰ ਵੀਜ਼ਾ ਬਹੁਤ ਸ਼ਾਨਦਾਰ ਮਿਲ ਰਹੇ ਆ ਔਰ ਇਸ ਸਟੂਡੈਂਟ ਦਾ ਵੀ ਈਵਨ ਬਿਕੋਜ਼ ਸਾਨੂੰ ਸਟੂਡੈਂਟ ਨੂੰ ਟ੍ਰੇਨ ਕਰਨਾ ਹੁੰਦਾ, ਅਸੀਂ ਟੈਲੀਫੋਨਿਕਲੀ ਸਟੂਡੈਂਟ ਨਾਲ ਕਨਵਰਸੇਸ਼ਨ ਕੀਤੀ। ਸੋ ਉਹਨੂੰ 3-4 ਸਾਡੀਆਂ ਕਲਾਸਿਸ ਮਿਲੀਆਂ ਨੇ। ਸੋ ਉਸ ਤੋਂ ਬਾਅਦ ਉਹ ਕਲਾਸਿਸ ਦੇ ਬੇਸਿਸ ਦੇ ਉੱਪਰ ਸ਼ੀ ਹੈਡ ਕਲੈਰਿਟੀ ਆਫ ਥਾਟ ਕਿ ਜਿਹੜਾ ਜਿਸ ਤਰੀਕੇ ਨਾਲ ਅਪਲਾਈ ਕਰਨਾ। ਬਿਕੋਜ਼ ਜਨਰਲੀ ਕੀ ਹੁੰਦਾ ਕਿ ਸਟੂਡੈਂਟਸ ਨੂੰ ਜਦੋਂ ਕੋਈ ਉਧੇੜ ਕੇ ਪੁੱਛੇ ਕਿ ਅੱਛਾ ਇੱਥੇ ਆਸਟ੍ਰੇਲੀਆ ਰਹਿਣ ਦਾ ਰਾਹ ਨਹੀਂ ਬਣ ਰਿਹਾ ਹੁਣ, ਸੋ ਅਗਾਂਹ ਕਿਉਂ ਪੜ੍ਹਨ ਜਾਣਾ, ਇਹ ਪੜ੍ਹਾਈ ਕਿਉਂ ਪੂਰੀ ਕੀਤੀ ਸੀ, ਸੋ ਇਹ ਪੜ੍ਹਾਈ ਜੋ ਜਿਸ ਕੰਮ ਲਈ ਪੂਰੀ ਕੀਤੀ ਸੀ ਫਿਰ ਉਹ ਕੰਮ ਕਿਉਂ ਨਹੀਂ ਕਰ ਰਹੇ। ਸੋ ਬਹੁਤ ਸਾਰੀ ਚੀਜ਼ਾਂ ਉਲਝਣ ਵਾਲੀਆਂ ਹੁੰਦੀਆਂ ਜੇ ਸਟੂਡੈਂਟ ਸਟਰਕ ਹੋ ਜਾਂਦਾ। ਜਿੱਦਾਂ ਅਸੀਂ ਜਿੰਨਾ ਸਟ੍ਰੇਟ ਇਹਨੂੰ ਸੋਚ ਰਹੇ ਹਾਂ ਨਾ, ਸੀ ਉਹਨਾਂ ਸਟ੍ਰੇਟ ਨਹੀਂ ਹੈਗਾ। ਸੋ ਆਸਟ੍ਰੇਲੀਆ ਤੋਂ ਤਾਂ ਕਿਸੇ ਵੀ ਮੁਲਕ ਤੋਂ ਅਪਲਾਈ ਹੋ ਸਕਦਾ ਜਿੱਥੇ ਸਟੂਡੈਂਟ ਦੇ ਕੋਲ ਪਰਮਿਸ਼ਨ ਟੂ ਸਟੇ ਹੈਗੀ ਆ। ਅਗਰ ਤੁਹਾਡੇ ਕੋਲ ਕਿਸੇ ਵੀ ਮੁਲਕ ਦੇ ਵਿੱਚ ਯੂ ਹੈਵ ਪਰਮਿਸ਼ਨ ਟੂ ਸਟੇ ਇਨ ਦੈਟ ਪਾਰਟੀਕੂਲਰ ਕੰਟਰੀ, ਚਾਹੇ ਉਹ ਗਲਫ ਹੈ, ਚਾਹੇ ਉਹ ਯੂਰਪ ਹੈ, ਚਾਹੇ ਉਹ ਆਸਟ੍ਰੇਲੀਆ ਹੈ, ਚਾਹੇ ਨਿਊਜ਼ੀਲੈਂਡ ਹੈ, ਚਾਹੇ UK ਹੈ, ਐਨੀਵੇਅਰ। ਸੋ ਅਗਰ ਤੁਹਾਡੇ ਕੋਲ ਕਿਸੇ ਵੀ ਮੁਲਕ ਵਿੱਚ ਰਹਿਣ ਦੀ ਪਰਮਿਸ਼ਨ ਹੈਗੀ ਆ, ਤੁਸੀਂ ਉੱਥੋਂ ਵੀ US ਦਾ ਵੀਜ਼ਾ ਅਪਲਾਈ ਕਰ ਸਕਦੇ ਹੋ ਔਰ ਉਹਨਾਂ ਚੀਜ਼ਾਂ ਨੂੰ ਇੱਥੋਂ ਹੀ ਸਭ ਚੀਜ਼ਾਂ ਨੂੰ ਹੈਂਡਲ ਕੀਤਾ ਜਾ ਸਕਦਾ ਹੈ। ਬਿਕੋਜ਼ ਤੁਹਾਡਾ ਅੰਬੈਸੀ, ਤੇਰੀਆਂ ਅਪਾਇੰਟਮੈਂਟਸ, ਤੁਹਾਡਾ ਬਾਇਓਮੈਟ੍ਰਿਕਸ, ਦੈਨ ਤੁਹਾਡਾ ਟ੍ਰੇਨਿੰਗ ਪਾਰਟ, ਸਾਰਾ ਕੁਝ ਇੱਥੋਂ ਹੈਂਡਲ ਕੀਤਾ ਜਾ ਸਕਦਾ। ਬਿਕੋਜ਼ ਅਸੀਂ ਅੱਜ ਉਸ ਜ਼ਮਾਨੇ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਅਸੀਂ ਚੀਜ਼ਾਂ ਨੂੰ ਰਿਮੋਟਲੀ ਲਾਈਕ ਅਸੀਂ ਕੰਮ ਕਰਨਾ ਸਿੱਖ ਲਿਆ। ਸੋ ਕੋਵਿਡ ਬਹੁਤ ਵੱਡਾ ਟੀਚਰ ਰਿਹਾ ਸਾਡਾ ਸਭ ਦਾ। ਸੋ ਕੋਵਿਡ ਨੇ ਸਾਨੂੰ ਸਭ ਨੂੰ ਸਿਖਾਇਆ ਕਿ ਅਸੀਂ ਰਿਮੋਟਲੀ ਕੰਮ ਕਰ ਸਕਦੇ ਹਾਂ। ਬਿਕੋਜ਼ ਇਸ ਤੋਂ ਪਹਿਲਾਂ ਸਾਨੂੰ ਜਾ ਕੇ ਫਿਜ਼ੀਕਲੀ ਗੱਲਬਾਤ ਕਰਕੇ ਟਿਕਾ ਆਉਂਦਾ ਹੁੰਦਾ ਸੀ। ਸੋ ਨਾਓ ਇਟ ਇਜ਼ ਅ ਟਾਈਮ ਕਿ ਜਿੱਥੇ ਅਸੀਂ ਰਿਮੋਟਲੀ ਕੰਮ ਕਰ ਸਕਦੇ ਹਾਂ। ਸੋ ਲਾਈਕ ਤੁਸੀਂ ਔਨਲਾਈਨ ਐਪਲੀਕੇਸ਼ਨਸ ਲਾ ਸਕਦੇ ਹੋ ਔਰ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ। ਬਿਕੋਜ਼ ਕਲੈਰਿਟੀ ਚਾਹੀਦੀ ਹੁੰਦੀ ਹੈ ਚੀਜ਼ਾਂ ਦੇ ਉੱਪਰ। ਵੰਸ ਯੂ ਆਰ ਕਲੀਅਰ, ਇਹ ਉਹ ਅੰਬੈਸੀ ਹੈ ਜਿਹੜੀ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਨੂੰ ਵੀਜ਼ਾ ਦੇ ਦੇਗੀ ਅਗਰ ਤੁਹਾਨੂੰ ਕਲੈਰਿਟੀ ਹੈਗੀ ਆ 3 ਚੀਜ਼ਾਂ ਦੀ ਕਿ ਤੁਹਾਡੀ ਪ੍ਰੀਵੀਅਸ ਐਜੂਕੇਸ਼ਨ ਕੀ ਸੀ, ਤੁਹਾਡੀ ਪ੍ਰਪੋਜ਼ਡ ਐਜੂਕੇਸ਼ਨ ਕੀ ਹੈ ਔਰ ਉਹਦੇ ਨਾਲ ਤੁਹਾਡਾ ਫਿਊਚਰ ਕਿਸ ਤਰੀਕੇ ਨਾਲ ਲਿੰਕ ਹੈ। ਆਹ 3 ਮੇਜਰ ਸਬਜੈਕਟ ਨੇ। ਅਗਰ ਇਹਨਾਂ ਦੇ ਉੱਪਰ ਕਲੈਰਿਟੀ ਹੈਗੀ ਦੈਨ ਛੋਟੇ ਸਬਜੈਕਟਸ ਨੇ ਕਿ ਇੱਥੇ ਕਿਉਂ, ਉੱਥੇ ਕਿਉਂ ਨਹੀਂ, ਫਲਾਨਾ ਕੀ, ਕਿਹੜੀ ਯੂਨੀਵਰਸਿਟੀ, ਕਿਹੜਾ ਪ੍ਰੋਗਰਾਮ, ਉਹਦੀ ਪ੍ਰੋਗਰੈਸ਼ਨ, ਉਹਦੀ ਰੈਲੇਵੈਂਸੀ, ਇਹ ਬਾਅਦ ਦੀਆਂ ਕਹਾਣੀਆਂ ਨੇ। ਸੋ ਮੇਜਰ ਅਗਰ 3 ਪਿੱਲਰ ਤੁਸੀਂ ਫਤਿਹ ਕਰ ਲਏ ਤਾਂ ਸਮਝ ਲਓ ਇਹ ਵੀਜ਼ਾ ਫਤਿਹ ਹੋ ਗਿਆ। ਸੋ ਬੜਾ ਵਧੀਆ ਇੱਕ ਸ਼ਬਦ ਮੈਨੂੰ ਲੱਗਾ, ਟਕਾ ਆਉਂਦਾ ਹੁੰਦਾ ਸੀ। ਸਾਨੂੰ ਵੀ ਹੁਣ ਟਕਾ ਉਦੋਂ ਆਉਣਾ ਜੋ ਤੁਸੀਂ ਬਿਲਕੁਲ ਐਕਸਪਲੇਨ ਕਰੋਗੇ ਕਿ ਜਿਹੜਾ ਸਟੂਡੈਂਟਸ ਦੇ ਨਿਊ ਕੋਟਾ ਇਸ਼ੂ ਕੀਤੇ ਨੇ ਵੀਜ਼ੇ ਦੇ, ਉਹਦਾ ਕੀ ਸਟੇਟਸ ਹੈ ਇਸ ਵਕਤ ਜੋ US ਅੰਬੈਸੀ ਨੇ ਬਿਲਕੁਲ ਓਪਨ ਕਰ ਦਿੱਤਾ। ਲਾਸਟ ਈਅਰ ਜੁਲਾਈ ਦੇ ਵਿੱਚ ਓਪਨ ਹੋਇਆ ਸੀ ਔਰ ਬਹੁਤ ਥੋੜੇ ਸਮੇਂ 'ਚ ਰਿਕਾਰਡ ਬਣਿਆ ਸੀ 55,000 ਵੀਜ਼ਾਸ ਦਾ। ਓਕੇ। ਸੋ ਉਹ ਉਸ ਸਮੇਂ ਦਾ ਬਹੁਤ ਬਿਹਤਰੀਨ ਸਮਾਂ ਸੀ ਜਿਹਦੇ 'ਚ ਬਹੁਤ ਥੋੜੇ ਸਮੇਂ 'ਚ ਜ਼ਿਆਦਾ ਵੀਜ਼ਾ ਦਿੱਤੇ ਆ। ਸੋ ਅੰਬੈਸੀ ਨੇ ਡਿਕਲੇਅਰ ਕੀਤਾ ਕਿ ਇਸ ਸਾਲ ਦੇ ਵਿੱਚ ਜਿਹੜਾ ਹੁਣ ਇਹਨਾਂ ਕੋਲ 1 ਲੱਖ ਸਟੂਡੈਂਟ ਲੈਣਾ ਹੈ ਇਹਨਾਂ ਨੇ। ਸੋ ਆਬਵੀਅਸਲੀ ਅਗਰ 1 ਲੱਖ ਸਟੂਡੈਂਟ ਇੱਥੋਂ ਲੈਣਾ ਹੈ ਤਾਂ ਇਹ ਬਹੁਤ ਵੱਡੀ ਤਾਦਾਦ ਹੈ ਔਰ ਅੰਬੈਸੀ ਦੀ ਜਿਹੜੀ ਵਰਕਿੰਗ ਹੈ ਉਹ ਸਟੂਡੈਂਟਸ ਨੂੰ ਪ੍ਰੋ ਹੈ, ਸਟੂਡੈਂਟਸ ਨੂੰ ਮੁੱਖ ਰੱਖ ਕੇ ਹੈ। ਸੋ ਬਾਕੀ ਕੈਟਾਗਰੀਜ਼ ਨੂੰ ਬੰਦ ਕੀਤਾ ਗਿਆ ਆ। ਸੋ ਸਟੂਡੈਂਟਸ ਦੀਆਂ ਕੈਟਾਗਰੀਜ਼ ਓਪਨ ਨੇ। ਸੋ ਬਾਕੀਆਂ ਦੀ ਵਾਰੀ ਸਪਟੰਬਰ ਤੇ ਆਏਗੀ। ਸੋ ਯੈਸ ਸਟੂਡੈਂਟਸ ਲਈ ਇਹ ਔਨ ਟਾਈਮ ਹੈ। ਸੋ ਸਟੂਡੈਂਟਸ ਹੁਣ ਆਪਣੀ ਆਪ ਨੂੰ ਜਿਹੜੇ ਵੀਜ਼ਾਸ ਦੀ ਤਿਆਰੀ ਕਰ ਸਕਦੇ ਆ। ਸੋ ਸਟੂਡੈਂਟਸ ਦੇ ਕੋਲ ਸਮਾਂ ਆ ਬਿਕੋਜ਼ ਇੰਨਾ ਪੋਜ਼ਿਟਿਵਿਟੀ ਅੰਬੈਸੀ ਦੇ ਵਿੱਚ ਜਨਰਲੀ ਨਹੀਂ ਹੁੰਦੀ ਬਿਕੋਜ਼ ਜਿਹੜੀ ਸਾਡੇ ਕੋਲ ਡਿਮਾਂਡ ਐਂਡ ਸਪਲਾਈ ਹੈ। ਸੋ ਸਟੂਡੈਂਟਸ ਦਾ ਅੰਬਾਰ ਜ਼ਿਆਦਾ ਹੁੰਦਾ ਆ ਔਰ ਕੋਟਾ ਛੋਟਾ ਹੁੰਦਾ ਆ। ਸੋ ਇਸ ਸਮੇਂ ਦੇ ਵਿੱਚ ਚੀਜ਼ਾਂ ਇਕੁਏਸ਼ਨ ਦੇ ਵਿੱਚ ਫਿੱਟ ਬੈਠ ਰਹੀਆਂ ਨੇ। ਹਾਂ, US ਨੂੰ ਅਪਲਾਈ ਕਰਨ ਵਾਲੀ ਤਾਦਾਦ ਕਾਫੀ ਵਧੀ ਹੈ ਬਿਕੋਜ਼ ਸਟੂਡੈਂਟਸ ਦੀ ਆਸਟ੍ਰੇਲੀਆ ਤੋਂ ਰਿਜੈਕਸ਼ਨਸ ਹੋ ਰਹੀਆਂ ਨੇ ਗੈਪ ਨੂੰ ਲੈ ਕੇ।
ਲੋ ਸਕੋਰਸ ਨੂੰ ਲੈ ਕੇ। ਸੇਮ ਤਰੀਕੇ ਨਾਲ ਕੈਨੇਡਾ ਤੋਂ ਰਿਜੈਕਸ਼ਨਸ ਹੋ ਰਹੀਆਂ ਨੇ, ਸੋ ਕੈਨੇਡਾ ਦੇ ਵਿੱਚ ਵੀ ਬਹੁਤ ਸੈਂਸਿਟਿਵ ਹੋਇਆ ਪਿਆ। ਸੋ ਇਹਨਾਂ ਰਿਜੈਕਸ਼ਨਸ ਦਾ ਕਰਕੇ ਜਿਹੜਾ ਫੇਵਰਟ ਡੈਸਟੀਨੇਸ਼ਨ ਹੈ ਉਹ ਇੱਕ USA ਨਿਕਲਿਆ ਹੋਇਆ, ਇੱਕ UK ਨਿਕਲਿਆ ਹੋਇਆ। ਹਾਂ ਹਾਂ। ਸੋ ਇਹ ਦੋਨੋਂ ਖੈਰ ਬਹੁਤ ਰਫਤਾਰ ਦੇ ਨਾਲ ਸਟੂਡੈਂਟਸ ਲੈ ਰਹੇ ਆ, ਹਾਲਾਂਕਿ ਕੁਆਲਿਟੀ ਕੰਪਰੋਮਾਈਜ਼ਸ ਬਹੁਤ ਜ਼ਿਆਦਾ ਨਹੀਂ ਹੈਗੇ। ਸੋ US ਅਗਰ ਤੁਸੀਂ ਸਪੌਂਟੇਨੀਅਸ ਤਰੀਕੇ ਨਾਲ ਆਪਣੀ ਇੰਟਰਵਿਊ ਹੈਂਡਲ ਕਰ ਲਈ ਤੇ ਵੀਜ਼ਾ ਬੜੇ ਆਰਾਮ ਨਾਲ ਆ ਜਾਂਦਾ ਹੈ। ਡਨ। ਔਰ ਇੱਕ ਚੀਜ਼ ਹੋਰ, ਕਿਉਂਕਿ ਹੁਣ ਕੈਨੇਡਾ ਨਾਲ ਹੀ ਹੈ, ਆਣਾ ਜਾਣਾ ਬਿਲਕੁਲ ਆਸਾਨ ਹੈ, ਉੱਧਰ ਰਹੋ ਤੇ ਉੱਧਰ ਸ਼ਾਪਿੰਗ ਕਰਨ ਜਾਓ, ਤੁਸੀਂ ਇੱਦਾਂ ਜਾਂਦੇ ਆਉਂਦੇ ਹੋ। ਸੁਪਰ ਵੀਜ਼ਾ ਦੀ ਵੀ ਅਸੀਂ ਇੱਕ ਨਿਊਜ਼ ਸੁਣ ਰਹੇ ਹਾਂ ਕਿ ਸੁਪਰ ਵੀਜ਼ਾ ਦੇ ਵਿੱਚ ਵੀ ਕਾਫੀ ਚੇਂਜਸ ਆਈਆਂ ਨੇ, ਜਿੱਦਾਂ ਕਾਫੀ ਬੈਨੀਫਿਟ ਮਿਲਣ ਵਾਲਾ ਹੈ ਉੱਥੇ ਕੈਨੇਡਾ ਦੇ ਵਿੱਚ ਜਾਣ ਵਾਲਿਆਂ ਨੂੰ। ਸੋ ਇਹਨੂੰ ਥੋੜਾ ਇਲੈਬੋਰੇਟ ਕਰੋ ਤੁਸੀਂ। ਯੈਸ, ਸੁਪਰ ਵੀਜ਼ਾ ਇੱਕ ਕੈਟਾਗਰੀ ਹੈ ਜਿਹਦੇ ਵਿੱਚ ਬੱਚਿਆਂ ਦੇ ਜਿਹੜੇ ਉੱਥੇ ਰਹਿ ਰਹੇ ਨੇ ਉਹਨਾਂ ਦੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਉਹ ਵੀਜ਼ਾ ਲਈ ਅਪਲਾਈ ਕਰਦੇ ਨੇ। ਓਕੇ। ਔਰ ਇਨੀਸ਼ੀਅਲੀ ਇਹਦੀ ਜਿਹੜੀ ਲਿਮਿਟ ਆ 2 ਸਾਲ ਦੀ ਹੁੰਦੀ ਸੀ ਕਿ ਤੁਸੀਂ ਬਿਕੋਜ਼ ਅਸੀਂ ਨਾਰਮਲ ਟੂਰਿਸਟ ਵੀਜ਼ਾ ਲੈਂਦੇ ਹਾਂ, ਉਹਦੇ ਵਿੱਚ ਲਿਮਿਟ 6 ਮਹੀਨੇ ਦੀ ਹੁੰਦੀ, ਤੁਸੀਂ 6 ਮਹੀਨੇ ਤੋਂ ਵੱਧ ਨਹੀਂ ਰਹਿ ਸਕਦੇ ਜੀ। ਸੁਪਰ ਵੀਜ਼ਾ ਦੇ ਵਿੱਚ ਤੁਹਾਡੇ ਕੋਲ 2 ਸਾਲ ਦਾ ਸਮਾਂ, ਤੁਸੀਂ 2 ਸਾਲ ਤੱਕ ਰਹਿ ਸਕਦੇ ਹੋ। ਸੋ ਇਹਦੇ ਵਿੱਚ ਆ 4 ਤਰੀਕ ਤੋਂ ਨਵਾਂ ਲਾਅ ਆਇਆ, 4 ਜੁਲਾਈ ਤੋਂ 4 ਜੁਲਾਈ। ਯੈਸ, ਕਿ ਤੁਸੀਂ ਹੁਣ 5 ਸਾਲ ਰਹਿ ਸਕਦੇ ਹੋ ਓ ਸੁਪਰ ਵੀਜ਼ਾ ਦੇ ਵਿੱਚ। ਔਰ ਕਿਤੇ ਕਿਤੇ ਤੁਸੀਂ ਪੜ੍ਹਨ ਨੂੰ ਤੈਨੂੰ 7 ਸਾਲ ਵੀ ਮਿਲੇਗਾ, 5 ਸਾਲ ਵੀ ਲਿਖਿਆ ਮਿਲੇਗਾ। ਹੁਣ ਇਹ ਕਲੌਜ਼ ਕੀ ਹੈ ਕਿ ਅਗਰ ਤੁਸੀਂ US ਵਿੱਚ 5 ਸਾਲ ਕੰਟੀਨਿਊਸਲੀ ਰਹਿ ਸਕਦੇ ਹੋ, ਅਗਰ ਤੁਸੀਂ ਇਸ ਤੋਂ ਬਾਅਦ ਵੀ ਰਹਿਣਾ ਚਾਹੁੰਦੇ ਹੋ ਤੁਸੀਂ 2 ਸਾਲ ਐਡੀਸ਼ਨਲ ਹੋਰ ਰਹਿ ਸਕਦੇ ਹੋ, ਬਟ ਤੁਹਾਨੂੰ ਉਹਦੇ ਲਈ ਐਕਸਟੈਂਸ਼ਨ ਅਪਲਾਈ ਕਰਨੀ ਪਏਗੀ। ਹਾਂ। ਸੋ ਐਕਸਟੈਂਸ਼ਨ ਵਾਲਾ ਪੀਰੀਅਡ ਮਿਲਾ ਲਈਏ ਤਾਂ ਟੋਟਲ ਤੁਸੀਂ 7 ਸਾਲ ਤੱਕ ਕੈਨੇਡਾ ਦੇ ਵਿੱਚ ਬਿਨਾਂ PR ਤੋਂ ਕੰਟੀਨਿਊਸਲੀ ਰਹਿ ਸਕਦੇ ਹੋ। ਸੋ ਸੰਜੀਵ ਜੀ, ਬੇਸਿਕਲੀ ਇਹ ਸੁਪਰ ਵੀਜ਼ਾ ਦੀ ਕੈਟਾਗਰੀ ਪਹਿਲਾਂ ਮਾਈਗ੍ਰੇਸ਼ਨ ਸੀ, ਜਿੱਦਾਂ US ਵਿੱਚ ਆ, ਕੈਨੇਡਾ ਵਿੱਚ ਵੀ। ਔਰ ਬਜ਼ੁਰਗ ਬਹੁਤ ਸਾਰੇ ਆਉਂਦੇ ਸੀ, ਪੇਰੈਂਟਸ ਆਉਂਦੇ ਸੀ, ਬਟ ਉਹਨਾਂ ਦੇ ਹੈਲਥ ਕੇਅਰ ਦਾ ਕਾਫੀ ਭਾਰ ਹੁੰਦਾ ਸੀ ਕੈਨੇਡਾ ਦੇ ਉੱਪਰ। ਸੋ ਕੈਨੇਡਾ ਨੇ ਖਹਿੜਾ ਛੁਡਾ ਲਿਆ ਇਹ ਨਵੀਂ ਕੈਟਾਗਰੀ ਕ੍ਰੀਏਟ ਕਰਕੇ। ਉਹਦੇ ਨਾਲ ਕੀ ਯੈਸ, ਉਹਦੇ ਨਾਲ ਕੀ ਆ ਕਿ ਬਿਕੋਜ਼ ਹੈਲਥ ਕੇਅਰ ਦਾ ਭਾਰ ਕਾਫੀ ਸੀ, ਹੁਣ ਇੰਸ਼ੋਰੈਂਸ ਐਪਲੀਕੈਂਟ ਨੂੰ ਲੈ ਕੇ ਆਉਣੀ, $1,00,000 ਤੱਕ ਦੀ ਇੰਸ਼ੋਰੈਂਸ ਨਾਲ ਲੈ ਕੇ ਆਉਣੀ ਹੁੰਦੀ ਹੈ। ਉਹ ਕੈਟਾਗਰੀ ਹੋ ਗਈ, ਕੈਟਾਗਰੀ ਦੀ ਕੰਡੀਸ਼ਨ ਹੋ ਗਈ ਹੁਣ। ਸੋ ਪਹਿਲਾਂ ਕੀ ਸੀਗਾ ਕਿ ਪਹਿਲਾਂ ਗਵਰਨਮੈਂਟ ਨੂੰ ਬਜ਼ੁਰਗਾਂ ਦਾ ਹੈਲਥ ਕੇਅਰ ਦਾ ਖੁਦ ਖਿਆਲ ਰੱਖਣਾ ਪੈਂਦਾ ਸੀ। ਨਾਰਮਲ ਤੁਸੀਂ ਅਗਰ PR ਪੈ ਜਾਂਦੇ ਸੀ, ਹੁਣ PR ਦੀ ਕੰਡੀਸ਼ਨ ਸੀ ਕਿ 5 ਸਾਲ ਜਾਂ 3 ਸਾਲ ਤੁਸੀਂ ਕੈਨੇਡਾ 'ਚ ਰੁਕਣਾ ਆ। ਸੋ ਬਜ਼ੁਰਗ ਪਿੰਡੋਂ ਆਉਂਦੇ ਸੀ, ਇੱਥੇ ਜੀ ਨਹੀਂ ਲੱਗਦਾ ਸੀ। ਸੋ 3 ਸਾਲ ਪੂਰੇ ਕਰਨੇ ਬਹੁਤ ਔਖੇ ਸੀ। ਸੋ ਉਹਨਾਂ ਕਹਿਣਾ ਵੀ PR ਨੂੰ ਮੈਂ ਨਹੀਂ ਮੰਨਦਾ ਕੁਝ ਵੀ, ਮੈਂ ਤਾਂ ਚੱਲਿਆ ਵਾਪਸ, ਮੈਂ ਇੱਥੇ ਨਿਆਣੇ ਦੀ ਰਾਖੀ ਨਹੀਂ ਬਹਿਣਾ। ਸੋ ਬਜ਼ੁਰਗ ਵਾਪਸ ਚਲੇ ਜਾਂਦੇ ਸੀ, PR ਕੈਂਸਲ ਹੁੰਦੀਆਂ ਸੀ। ਸੋ ਕੈਨੇਡਾ ਨੇ ਇੱਕ ਨਵਾਂ ਫਾਰਮੂਲਾ ਕੱਢਤਾ ਕਿ ਤੁਸੀਂ ਜਦੋਂ ਮਰਜ਼ੀ ਆ ਜਾ ਸਕਦੇ ਹੋ, 2 ਸਾਲ ਤੱਕ ਰਹਿ ਸਕਦੇ ਹੋ। ਸੋ ਉਹਦੀ ਇੱਕ ਲਿਮਿਟ ਬਣਾਤੀ, ਇੰਸ਼ੋਰੈਂਸ ਕੰਪਲਸਰੀ ਕਰਤੀ, ਇਨਕਮ ਸਲੈਬ ਬਣਾਤੀ, ਅਗਰ 2 ਜੀ ਇੱਥੇ ਆ 2 ਜੀਆਂ ਨੂੰ ਬੁਲਾਉਣਾ, 4 ਜੀ ਨੇ ਲਗਭਗ $50,000 ਦੀ ਤੁਹਾਡੀ ਆਮਦਨ ਹੈਗੀ ਤੇ ਤੁਸੀਂ ਸੁਪਰ ਵੀਜ਼ੇ ਤੇ ਸੱਦ ਸਕਦੇ ਹੋ। ਸੋ ਇੱਕ ਨਵੀਂ ਕੈਟਾਗਰੀ ਵਿਕਸਿਤ ਕੀਤੀ ਗਈ ਸੀ। ਸੋ ਸੁਪਰ ਵੀਜ਼ੇ ਦੇ ਵਿੱਚ ਹੁਣ ਫਰਦਰ ਐਕਸਟੈਂਸ਼ਨ, ਬਿਕੋਜ਼ ਇਹ ਕੋਵਿਡ ਵਾਲੇ ਸਮੇਂ ਦੇ ਵਿੱਚ ਆ, ਬਿਕੋਜ਼ ਕੋਵਿਡ ਦੇ ਵਿੱਚ ਆਉਣ ਜਾਣਾ ਏਡਾ ਸੁਖਾਲਾ ਨਹੀਂ ਰਿਹਾ, ਵੈਕਸੀਨੇਸ਼ਨਸ ਦਾ ਰੌਲਾ ਬਹੁਤ ਜ਼ਿਆਦਾ ਆ, ਦੈਨ ਉਸ ਤੋਂ ਬਾਅਦ ਅਡੈਪਟੇਬਿਲਿਟੀ ਦਾ ਰੌਲਾ ਬਹੁਤ ਜ਼ਿਆਦਾ ਹੈ, ਫੈਮਿਲੀ ਸਾਈਜ਼ਸ ਇਸ਼ੂ ਨੇ। ਸੋ ਬੈਕ ਹੋਮ ਟਾਈਜ਼ ਅੱਗੇ ਨਾਲੋਂ ਘਟਣ ਲੱਗ ਪਈਆਂ। ਸੋ ਇਸ ਕਰਕੇ 2 ਸਾਲ ਦੀ ਜਗ੍ਹਾ ਤੈਨੂੰ 5 ਸਾਲ ਦਾ ਬੇਸਿਕ ਜਿਹੜਾ ਬੈਂਚਮਾਰਕ ਦੇਤਾ ਕਿ ਤੁਸੀਂ ਯੂ ਕੈਨ ਸਟੇ ਅਪ ਟੂ 5 years। ਸੋ ਤੁਹਾਡੀ ਮਰਜ਼ੀ ਆ, ਤੁਸੀਂ ਜਦੋਂ ਮਰਜ਼ੀ ਆਓ, ਜਦੋਂ ਮਰਜ਼ੀ ਜਾਓ। ਸੋ ਮੈਕਸਿਮਮ ਸਟੇ ਤੁਹਾਡਾ 5 ਸਾਲ ਦਾ ਆ। ਅਗਰ ਤੁਸੀਂ ਇਸ ਤੋਂ ਉੱਪਰ ਵੀ ਜਾਣਾ ਚਾਹੁੰਦੇ ਹੋ, 2 ਸਾਲ ਦੀ ਤੁਸੀਂ ਐਡੀਸ਼ਨਲ ਅਪਲਾਈ ਕਰ ਸਕਦੇ ਹੋ। ਸੋ ਤੁਸੀਂ 7 ਸਾਲ ਕੰਟੀਨਿਊਸ਼ਨ ਦੇ ਵਿੱਚ ਕੈਨੇਡਾ ਦੇ ਵਿੱਚ ਰਹਿ ਸਕਦੇ ਹੋ। ਬਹੁਤ ਫਾਇਦਾਮੰਦ ਹੈ। ਮੈਨੂੰ ਤੁਹਾਡੀ ਉਹ ਗੱਲ ਬੜੀ ਪਸੰਦ ਆਈ, ਕਹਿੰਦੇ ਬੱਚਿਆਂ ਦੀ ਰਾਖੀ ਮੈਂ ਨਹੀਂ ਬਹਿਣਾ। ਕਿਸੇ ਫਿਲਮ ਦੇ ਵਿੱਚ ਮੈਂ ਸੁਣਿਆ ਸੀ, ਕਹਿੰਦਾ ਵਾਪਸ ਚਲੇ ਗਏ ਬਾਪੂ ਜੀ, ਕਹਿੰਦੇ ਕਿਉਂ, ਕਹਿੰਦੇ ਮੈਂ ਨਹੀਂ ਬੱਚਿਆਂ ਦੇ ਨੱਕ ਪੂੰਝਣੇ ਇੱਥੇ ਬਹਿ ਕੇ। ਸੋ ਵੈਰੀ ਇੰਟਰਸਟਿੰਗ। ਯੈਸ, ਬਿਕੋਜ਼ ਸੋਸ਼ਲ ਜਿਹੜੀ ਸਟਰਕਚਰ ਆ ਉਹ ਇਹਨਾਂ ਮੁਲਕਾਂ ਦੀ ਅਲੱਗ ਹੈ, ਔਰ ਪੰਜਾਬ ਦੀ ਯੈਸ ਉਹ ਬਿਲਕੁਲ ਸੋਸ਼ਲ ਸਟਰਕਚਰ ਅਲੱਗ ਹੈ। ਸੋ ਇੱਕ ਚੀਜ਼ ਆਉਂਦੀ ਹੈ ਕਿ ਅੱਜ ਆਪਾਂ ਸ਼ਬਦਾਂ ਨਾਲ ਵੀ ਖੇਡਦੇ ਪਏ ਹਾਂ, ਤੁਸੀਂ ਬੜੀ ਸੋਹਣੀ ਗੱਲ ਕਹੀ ਕਿ ਖਹਿੜਾ ਛੁਡਾ ਲਿਆ। ਹੁਣ ਜਿਹੜਾ ਖਹਿੜਾ ਛੁਡਾਉਣ ਦੀ ਗੱਲ ਹੈ, ਆਪਾਂ ਅੱਗੇ ਤੁਰੀਏ। ਜਿਹੜਾ ਕੈਨੇਡਾ ਦੀ ਫੈਡਰਲ ਗਵਰਨਮੈਂਟ ਹੈ, ਕਿਊਬਾ ਤੇ ਭਾਰੀ ਪੈ ਰਹੀ ਹੈ। ਹੁਣ ਕਿਊਬਾ ਕਿਵੇਂ ਖਹਿੜਾ ਛੁਡਾਵੇ, ਇਹ ਕਲੀਅਰ ਕਰੋ, ਕਿਉਂਕਿ ਉਹਨੂੰ ਨੁਕਸਾਨ ਕਾਫੀ ਹੋ ਰਿਹਾ। ਯੈਸ, ਕਿਊਬੈਕ ਦੇ ਵਿੱਚ ਬੇਸਿਕਲੀ ਕਾਨੂੰਨ ਸੀਗਾ ਕਿ ਕਿਊਬੈਕ ਦੇ ਵਿੱਚ ਕੋਈ ਵੀ ਕਾਲਜ ਹੋਵੇ ਉਹਦੇ ਕੋਲ ਵਰਕਿੰਗ ਰਾਈਟ ਸੀਗੇ। ਸੋ ਕਾਲਜ ਅਗਰ ਤੁਸੀਂ ਕਿਊਬੈਕ ਦੇ ਕਿਸੇ ਵੀ ਪ੍ਰਾਈਵੇਟ ਕਾਲਜ ਪੜ੍ਹਦੇ ਹੋ, ਉਸ ਤੋਂ ਬਾਅਦ ਪੜ੍ਹਾਈ ਪੂਰੀ ਕਰਦੇ ਹੋ 2 ਸਾਲ ਦੀ, ਤੁਹਾਨੂੰ 3 ਸਾਲ ਦਾ ਵਰਕਿੰਗ ਰਾਈਟ ਸੀਗਾ। ਔਰ ਇਹ ਇਕੱਲੇ ਕਿਊਬੈਕ ਦੇ ਵਿੱਚ ਹੀ ਸੀਗੇ। ਸੋ ਪਿੱਛੇ ਜੇ ਅਸੀਂ ਵੇਖਿਆ ਲਾਕਡਾਊਨ ਦੇ ਸਮੇਂ ਵਿੱਚ ਕਿਊਬੈਕ ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਦੀ ਭਰਤੀ ਹੋਈ। ਸੋ 12-15 ਹਜ਼ਾਰ ਸਟੂਡੈਂਟ ਨੂੰ ਵੀਜ਼ਾ ਮਿਲਿਆ। ਸੋ ਉਹਦੇ ਨਾਲ ਕੀ ਹੋ ਗਿਆ ਕਿ ਜਿਹੜਾ ਰੈਸਟ ਆਫ ਦਾ ਕੈਨੇਡਾ ਸੀ ਉਹਦੇ ਸਟੈਟਸ ਹਿੱਲ ਗਏ। ਬਿਕੋਜ਼ ਰੈਸਟ ਆਫ ਕੈਨੇਡਾ ਦੇ ਵਿੱਚ ਕੀ ਆ ਕਿ ਰੈਸਟ ਆਫ ਕੈਨੇਡਾ ਦੇ ਵਿੱਚ ਜਿਹੜਾ ਸਰਕਾਰੀ ਕਾਲਜ ਆ, ਪਬਲਿਕਲੀ ਫੰਡਡ ਕਾਲਜ ਆ, ਪਬਲਿਕ ਕਾਲਜ ਆ, ਜਿਹੜਾ ਸਬਸਿਡਾਈਜ਼ ਕਾਲਜ ਆ,
ਸੋ ਉਹਨੂੰ ਜਿਹੜਾ ਵਰਕਿੰਗ ਰਾਈਟਸ ਮਿਲਦੇ ਆ, ਜਿਹੜੇ ਰੈਸਟ ਆਫ ਕੈਨੇਡਾ 'ਚ ਪ੍ਰਾਈਵੇਟ ਕਾਲਜਸ ਉਹਨਾਂ ਕੋਲ ਵਰਕਿੰਗ ਰਾਈਟਸ ਨਹੀਂ ਹੈਗੇ। ਓਕੇ। ਜਿਹਦਾ ਕਰਕੇ ਜਦੋਂ ਸਟੂਡੈਂਟ ਬਾਹਰ ਜਾਂਦੇ ਆ ਉਹ ਹਮੇਸ਼ਾ ਖਿਆਲ ਰੱਖਦੇ ਕਿ ਮੈਂ ਸਰਕਾਰੀ ਕਾਲਜ ਜਾਵਾਂ ਜਿੱਥੇ ਮੈਨੂੰ ਵਰਕ ਪਰਮਿਟ ਮਿਲੇ ਤੇ ਮੈਂ ਕੱਲ ਨੂੰ PR ਪਾ ਲਵਾਂ। ਸ਼ੋਰ। ਕਿਉਂ ਕੈਨੇਡਾ ਜਿਹੜਾ ਵੀ ਸਟੂਡੈਂਟ ਆਉਂਦਾ ਉਹ ਇਸੇ ਮੋਟਿਵ ਨਾਲ ਆਉਂਦਾ ਕਿ ਮੈਂ ਕੱਲ ਨੂੰ PR ਪਾ ਲਵਾਂ। ਹੁਣ ਜਦੋਂ ਕਿਊਬੈਕ ਦੇ ਵਿੱਚ ਇੱਕ ਚੀਜ਼ ਪ੍ਰੈਫਰਡ ਸੀਗੀ, ਰਾਈਟ। ਸੋ ਜਿਸ ਤਰੀਕੇ ਨਾਲ ਸਾਡੇ ਇੱਥੇ ਧਾਰਾ 370 ਅਬੋਲਿਸ਼ ਕੀਤੀ ਗਈ ਹੈ, ਸੋ ਇਸੇ ਤਰੀਕੇ ਨਾਲ ਹੀ ਕਿਊਬੈਕ ਦੇ ਨਾਲ ਹੋਇਆ ਕਿ ਕਿਊਬੈਕ ਦੇ ਜਿਹੜੇ ਸਪੈਸ਼ਲ ਰਾਈਟ ਸੀਗੇ, ਇੱਕ ਸੂਬੇ ਦੇ ਕੋਲ ਸਪੈਸ਼ਲ ਰਾਈਟਸ, ਜੀ ਜੀ, ਇੱਕ ਆ ਕਿ ਹਰ ਸੂਬਾ ਖੁਦ ਮੁਖਤਿਆਰ ਆ ਕੈਨੇਡਾ ਦੇ ਵਿੱਚ, ਹਰ ਲਾਈਕ ਸੋਵਰਨ ਸਟੇਟਸ ਨੇ, ਔਰ ਉਹਦੇ ਉੱਪਰ ਇਹਨਾਂ ਕੋਲ ਸਪੈਸ਼ਲ ਰਾਈਟ ਸੀਗੇ ਜੋ ਕਿ ਫੈਡਰਲ ਪਾਲਿਸੀ ਦੇ ਉੱਪਰ ਦੇ ਨੇ। ਸੋ ਫੈਡਰਲ ਗਵਰਨਮੈਂਟ ਦੇ ਨਾਲ ਇਹਨਾਂ ਦੀ ਕੋਵਿਡ ਦੇ ਵਿੱਚ ਵਿਗੜ ਗਈ। ਓਕੇ। ਔਰ ਫੈਡਰਲ ਗਵਰਨਮੈਂਟ ਨੇ ਸਭ ਤੋਂ ਪਹਿਲਾਂ ਇਹਨਾਂ ਡਿਸੀਜਨਸ ਬੰਦ ਕੀਤੇ ਕਿ ਫੈਸਲੇ ਨਹੀਂ ਦੇਣੇ। ਜਿੰਨੇ ਕੇਸਸ ਪਏ ਸੀ ਸਭ ਨੂੰ ਖੱਜਲ ਕੀਤਾ ਗਿਆ। ਸਭ ਦੀਆਂ AIP ਨਵਾਂ ਅੱਖਰ ਬਣਾਇਆ ਸੀਗਾ ਕਿ ਐਪਲੀਕੇਸ਼ਨ ਅਪਰੂਵਡ ਇਨ ਪ੍ਰਿੰਸੀਪਲ ਦੇ ਦੇਣੀ ਕਿ ਅਗਰ ਅਸੀਂ ਵੀਜ਼ਾ ਦੇਣਾ ਤਾਂ ਅਸੀਂ ਤੁਹਾਡੀ AIP ਦੇਤੀ। AIP ਦਾ ਮਤਲਬ ਤੁਸੀਂ ਇਕੱਲਾ ਵੀਜ਼ਾ ਹੀ ਲੈਣਾ ਉਸ ਤੋਂ ਬਾਅਦ, ਕਿਉਂਕਿ ਐਮਬੈਸੀਆਂ ਬੰਦ ਆ, VFS ਬੰਦ ਆ, ਇਕੱਲਾ ਸਟicker ਲੱਗਣਾ ਸੀ। ਹਾਂਜੀ। AIPs ਸਟੂਡੈਂਟਸ ਦੀਆਂ ਆਈਆਂ 90% ਰੱਦ ਹੋਈਆਂ ਕਿਊਬੈਕ ਵਾਲੇ ਰੀਜਨ ਦੀਆਂ। ਸੋ ਫੈਡਰਲ ਗਵਰਨਮੈਂਟ ਨੇ ਪਹਿਲਾਂ ਹੀ ਸੰਕੇਤ ਦਿੱਤਾ ਸੀਗਾ ਕਿ ਅਸੀਂ ਆਉਣ ਵਾਲਾ ਸਮਾਂ ਤੁਹਾਡੇ ਲਈ ਇੰਨਾ ਖੁਸ਼ਨੁਮਾ ਨਹੀਂ ਰਹਿਣ ਵਾਲਾ। ਬਟ ਖੈਰ ਫਿਰ ਵੀ ਭਰਤੀਆਂ ਨਹੀਂ ਚੱਲੀਆਂ, ਮਾਰਕੀਟਿੰਗ ਚੱਲਦੀ ਰਹੀ, ਬਿਕੋਜ਼ ਪਹਿਲਾਂ ਵੀ ਓਵਰ ਮਾਰਕੀਟਿੰਗ ਕੀਤੀ ਗਈ ਇੱਕ ਪਾਰਟਿਕੂਲਰ ਰੀਜਨ ਦੀ, ਜਿਹਦਾ ਕਰਕੇ ਜਿਹੜਾ ਕੈਨੇਡਾ ਦੀ ਪੂਰੀ ਸਟਰਕਚਰ ਹਿੱਲੀ ਕਿ ਕੈਨੇਡਾ ਦਾ ਚਾਹੁੰਦਾ ਹੈ ਕਿ ਬੇਸਿਕਲੀ ਫੈਡਰਲ ਗਵਰਨਮੈਂਟ ਚਾਹੁੰਦੀ ਹੈ ਜਾਂ ਕੈਨੇਡਾ ਚਾਹੁੰਦਾ ਹੈ ਕਿ ਸਟੂਡੈਂਟਸ ਸਕੈਟਰਡ ਹੋਣ, ਸਾਰੇ ਆਸੇ-ਪਾਸੇ ਸਟੂਡੈਂਟ ਪੜ੍ਹਨ ਜੀ, ਹਰ ਸੂਬੇ, ਹਰ ਪ੍ਰਾਂਤ, ਹਰ ਕਾਲਜ, ਹਰ ਗਲੀ, ਮਤਲਬ ਬਰਾਬਰ ਕਹਿ ਲਓ ਕਿ ਵੰਡ ਕੇ ਆਵੇ। ਸੋ ਮੌਂਟਰੀਅਲ ਦੀ ਪਾਲਿਸੀ ਜਾਂ ਕਿਊਬੈਕ ਦੀ ਪਾਲਿਸੀ ਇਦਾਂ ਦੀ ਸੀ ਕਿ ਸਾਰਾ ਸਟੂਡੈਂਟ ਕਨਸੈਂਟਰੇਟ ਇੱਕ ਜਗ੍ਹਾ ਤੇ ਹੋਣ ਲੱਗ ਪਿਆ। ਓਕੇ। ਲੋਕਲ ਕੈਨੇਡਾ 'ਚ ਕਿਸੇ ਦੀ PR ਨਹੀਂ ਹੁੰਦੀ, ਕਿਊਬੈਕ ਚੱਲ ਜਾਓ, ਕਿਊਬੈਕ ਪੜ੍ਹਾਈ ਕਰ ਲਓ ਤੇ PR ਹੋ ਗਈ। ਸੋ ਇਦਾਂ ਦੇ ਬਹੁਤ ਸਾਰੇ ਕਾਨੂੰਨ ਸੀਗੇ। ਸੋ ਫਾਈਨਲੀ ਤੁਹਾਡੇ ਅੱਖਰ ਸਹੀ ਨੇ ਕਿ ਫੈਡਰਲ ਗਵਰਨਮੈਂਟ ਨੇ ਇਹਨਾਂ ਤੋਂ ਖਹਿੜਾ ਛੁਡਾ ਲਿਆ ਕਿਊਬੈਕ ਗਵਰਨਮੈਂਟ ਤੋਂ ਕਿ ਅਸੀਂ ਹੁਣ ਤੁਹਾਨੂੰ ਰੈਸਟ ਆਫ ਕੈਨੇਡਾ ਵਰਗਾ ਹੀ ਬਣਾਤਾ। ਸੋ ਜਿਹੜੀ ਸਪੈਸ਼ਲ ਪ੍ਰਿਵਿਲੇਜ ਸੀਗੀ ਇਨ ਟਰਮਸ ਆਫ ਸਟੂਡੈਂਟਸ ਉਹ ਖਤਮ ਕਰ ਦਿੱਤੀ ਗਈ ਹੈ। ਔਰ ਕੈਨੇਡਾ ਨੇ ਆਪਣੀ ਸਟੇਟਮੈਂਟ ਵਿੱਚ ਕਿਹਾ ਹੈ ਕਿ ਅਸੀਂ ਨਹੀਂ ਚਾਹੁੰਦੇ ਸੂਬੇ ਦੇ ਆਧਾਰ ਤੇ ਉੱਪਰ ਕਾਲਜ ਨੂੰ ਕੋਈ ਸਪੈਸ਼ਲ ਰਾਈਟਸ ਮਿਲਣ, PR ਦੀ ਪਾਲਿਸੀ ਵਿਗੜੇ। ਸੋ ਇਸ ਕਰਕੇ ਜਿੱਦਾਂ ਦੇ ਰੈਸਟ ਆਫ ਕੈਨੇਡਾ ਦੇ ਵਿੱਚ ਲਾਅ ਆ ਕਿ ਜਿਹੜਾ ਸਰਕਾਰੀ ਕਾਲਜ ਆ ਉਹ 'ਚ ਵਰਕਿੰਗ ਰਾਈਟਸ ਹੈਗੇ ਆ ਔਰ ਜਿਹੜਾ ਪ੍ਰਾਈਵੇਟ ਕਾਲਜ 'ਚ ਵਰਕਿੰਗ ਰਾਈਟਸ ਨਹੀਂ ਹੈਗੇ ਜੀ। ਔਰ ਇਹ ਫੈਸਲਾ ਵੈਸੇ ਸਤੰਬਰ 23 ਤੋਂ ਲਾਗੂ ਹੋਣਾ ਆ। ਬਟ ਸਟਿਲ ਉਹਦੇ ਨਾਲ ਜਿਸ ਤਰੀਕੇ ਨਾਲ ਪੋਜ਼ਿਟਿਵ ਮਾਰਕੀਟਿੰਗ ਬੜਾ ਫਾਇਦਾ ਦਿੰਦੀ ਹੈ ਤਾਂ ਨੈਗੇਟਿਵ ਮਾਰਕੀਟਿੰਗ ਵੀ ਪੁੱਠਾ ਕੰਮ ਕਰੇਗੀ ਜੀ। ਸੋ ਇਹਦੇ ਨਾਲ ਇਸੇ ਸਾਲ ਹੀ ਹੱਥਾਂ ਪੈਰਾਂ ਦੀ ਪੈ ਜਾਣੀ ਹੈ। ਜਿਹੜੇ ਬਹੁਤ ਸਾਰੇ ਸਾਡੇ ਲੋਕਾਂ ਨੇ ਉੱਥੇ ਜਾ ਕੇ ਪ੍ਰਾਈਵੇਟ ਕਾਲਜਸ ਰਾਤੋਂ ਰਾਤ ਖੋਲੇ, ਮਸ਼ਰੂਮ ਅਪ ਹੋਏ। ਸੋ ਮਾਰਕੀਟਿੰਗ ਪਾਲਿਸੀਜ਼ ਬਣੀਆਂ, ਟੀਮਸ ਬਣੀਆਂ। ਸੋ ਬਹੁਤ ਸਾਰੀਆਂ ਲਾਈਕ ਜੌਬਸ ਭਰਤੀ ਹੋਈਆਂ। ਬਹੁਤ ਸਾਰੇ ਕਾਲਜਸ ਨੇ ਆਪਣਾ ਇਨਫਰਾਸਟ੍ਰਕਚਰ ਗਰੋ ਕੀਤਾ। ਬਹੁਤ ਸਾਰੇ ਕਾਲਜਸ ਨੇ ਛੋਟੇ ਛੋਟੇ ਕਾਲਜ ਨੂੰ ਨਾਲ ਰਲਾਇਆ। ਸੋ ਉਹ ਸਾਰਾ ਤਾਣਾ ਬਾਣਾ ਜਿਹੜਾ ਇੰਨਾ ਖਰਚਾ ਭਾਰਾ ਜੋ ਕੁਝ ਕੀਤਾ ਪਿਆ ਉਹਨੂੰ ਅਸਰ ਹੋਣ ਵਾਲਾ ਆ ਹੁਣ। ਬਿਕੋਜ਼ ਆਉਣ ਵਾਲਾ ਇਸੇ ਸਾਲ ਹੀ ਸਟੂਡੈਂਟਸ ਦੀ ਗਿਣਤੀ ਘੱਟ ਹੋ ਜਾਣੀ ਹੈ। ਔਰ ਮੈਂ ਵੈਸੇ ਅਗਰ ਤੁਸੀਂ ਮਈ ਤੋਂ ਔਨਵਰਡਸ ਕੋਈ ਵੀ ਪ੍ਰੋਗਰਾਮ ਵੇਖੋਗੇ, ਮਈ ਪਿਛਲੇ ਸਾਲ ਤੋਂ 21 ਤੋਂ, ਮੈਂ ਸਟੂਡੈਂਟਸ ਨੂੰ ਸਪੈਸ਼ਲ ਵਾਰਨਿੰਗ ਦਿੰਦਾ ਰਿਹਾ ਹਮੇਸ਼ਾ ਕਿ ਕਿਊਬੈਕ ਤੁਹਾਨੂੰ ਸਤੰਬਰ ਤੋਂ ਬਾਅਦ ਸੋਚਣਾ ਚਾਲੂ ਕਰਨਾ ਆ। ਔਰ ਉਹ ਗੱਲ ਕਿਤੇ ਨਾ ਕਿਤੇ ਸੱਚ ਹੋਈ ਜਾਪਦੀ ਹੈ ਕਿ ਬਿਕੋਜ਼ ਸਾਨੂੰ ਲੱਗਦਾ ਸੀਗਾ ਕਿ ਮਈ ਦੇ ਵਿੱਚ ਪਹਿਲੀ ਇੰਡੀਕੇਸ਼ਨ ਆਈ ਸੀ ਫੈਡਰਲ ਗਵਰਨਮੈਂਟ ਦੀ ਜਿਹੜੀ ਉਹਨਾਂ ਨਾਲ ਤਾਣਾ ਬਾਣਾ ਵਿਗੜਨ ਦੀ, ਔਰ ਲੱਗਦਾ ਸੀ ਇਹਦੇ ਉੱਪਰ ਕਲੈਰਿਟੀ ਨਹੀਂ ਆਈ ਕਦੀ ਵੀ ਜੀ। ਉਹਨਾਂ ਨੂੰ ਇਹ ਨਹੀਂ ਕਿਹਾ ਗਿਆ ਕਿ ਆ ਤੁਹਾਨੂੰ ਡਿਸੀਜਨ ਨਹੀਂ ਦੇਣੇ। ਉਹਨਾਂ ਦੇ ਬਿਨਾਂ ਕਿਹਾ, ਜਿੱਦਾਂ ਮੈਂ ਵਰਡ ਯੂਜ਼ ਕੀਤਾ ਸੀ, ਖੱਜਲ ਕੀਤਾ ਜੀ। ਨਾ ਫੈਸਲੇ ਕੀਤੇ, ਨਾ ਬੰਦ ਕੀਤਾ ਕੁਝ, ਔਰ ਨਾ ਹੀ ਉਹਨਾਂ ਦੇ ਡਿਸੀਜਨ ਦਿੱਤੇ। ਸੋ ਸਟੂਡੈਂਟਸ ਨੂੰ ਸਾਲ-ਸਾਲ, ਡੇਢ ਸਾਲ ਖੱਜਲ ਕੀਤਾ ਗਿਆ। ਉਸ ਤੋਂ ਬਾਅਦ ਸਟੂਡੈਂਟਸ ਦਾ ਆਪੇ ਝੁਕਾਅ ਪਹਿਲਾਂ ਹੀ ਉਧਰੋਂ ਹਟ ਗਿਆ ਸੀ। ਦੂਜਾ ਉੱਪਰ ਨਵੀਂ ਮਾਰ ਮਾਰਤੀ ਹੈ ਕਿ ਹੁਣ ਕਿਊਬੈਕ ਤੋਂ ਸਟੂਡੈਂਟਸ ਨੂੰ ਜਾਣ ਲੱਗੇ ਪਰਹੇਜ਼ ਕਰਨਾ ਆ। ਸੋ ਅੱਜ ਵੀ ਸਟੂਡੈਂਟਸ ਦੀ ਨਵੀਂ ਮੱਤ ਹੈ ਸਟੂਡੈਂਟਸ ਨੂੰ ਇਹੀ ਆ ਕਿ ਕਿਊਬੈਕ ਜਾਣ ਤੋਂ ਪਹਿਲਾਂ 100 ਵਾਰੀ ਸੋਚਣਾ ਹੈ। ਬਿਕੋਜ਼ ਕਿਊਬੈਕ ਦੇ ਅਗਰ ਜਾਣਾ ਹੈ ਤਾਂ ਸਰਕਾਰੀ ਕਾਲਜ ਜਾਣਾ ਹੈ, ਪਬਲਿਕਲੀ ਫੰਡਡ ਕਾਲਜਸ ਦੇ ਵਿੱਚ ਜਾਣਾ ਹੈ, ਜਿਨ੍ਹਾਂ ਨੂੰ ਸਬਸਿਡੀ ਮਿਲਦੀ ਹੈ ਸਰਕਾਰ ਵੱਲੋਂ, ਸਬਸਿਡਾਈਜ਼ ਕਾਲਜਸ ਆ, ਉਹਨਾਂ ਵਿੱਚ ਜਾਣਾ ਹੈ। ਸੋ ਪ੍ਰਾਈਵੇਟ ਕਾਲਜ ਵਿੱਚ ਜਾਓਗੇ ਤਾਂ ਉਹ ਤੁਸੀਂ ਚਾਹੇ ਟੋਰਾਂਟੋ ਦੇ ਪ੍ਰਾਈਵੇਟ ਕਾਲਜ ਜਾਓ, ਚਾਹੇ ਕਿਊਬੈਕ ਦੇ ਕਾਲਜ ਜਾਓ, ਹੁਣ ਉਹ ਇੱਕ ਬਰਾਬਰ ਹੋ ਗਿਆ। ਓਕੇ। ਸੋ ਪਹਿਲਾਂ ਜਿਹੜੇ ਲਾਈਕ ਬਹੁਤ ਸਾਰੇ ਕਾਲਜਸ ਨੇ ਆਪਣਾ ਤਾਣਾ ਬਣਾ ਇਸ ਤਰੀਕੇ ਨਾਲ ਬਣਾ ਲਿਆ ਕਿ ਪਹਿਲਾ ਸਾਲ ਤੁਸੀਂ ਪ੍ਰਾਈਵੇਟ ਪੜ੍ਹ ਲੈਂਦੇ, ਦੂਆ ਸਾਲ ਸਰਕਾਰੀ ਚੱਲ ਜਾਓਗੇ। ਸੋ ਹੁਣ ਇਹੋ ਜਿਹੀਆਂ ਪਾਲਿਸੀ ਦੇ ਉੱਪਰ ਕੰਮ ਹੋਊਗਾ। ਇਹ ਨਵੀਆਂ ਚੀਜ਼ਾਂ ਆਉਣਗੀਆਂ ਜਿਹਦੇ ਉੱਪਰ ਕਿਊਬੈਕ ਦੇ ਕਾਲਜਸ ਅਗਰ ਮਾਰਕੀਟਿੰਗ ਕਰ ਪਾਏ, ਅਗਰ ਆਪਣੇ ਐਸਟੈਬਲਿਸ਼ ਕਰ ਪਾਏ, ਤੇ ਫਿਰ ਜਾ ਕੇ ਕਿਤੇ ਗੱਲਬਾਤ ਬਣੇਗੀ।
ਪਰ ਜਿਹੜੇ ਨਵਾਂ ਰੂਲ ਆ ਗਿਆ ਆ, ਰੂਲ ਬਹੁਤ ਸਾਰੀਆਂ ਅੜਚਣਾਂ ਪੈਦਾ ਕਰੇਗਾ ਉਹਨਾਂ ਲਈ। ਓਕੇ, ਇੱਕ ਚੀਜ਼ ਮੈਨੂੰ ਕਲੀਅਰ ਕਰੋ, ਬਲਕਿ ਮੇਰੇ ਦਰਸ਼ਕਾਂ ਨੂੰ ਵੀ ਕਲੀਅਰ ਕਰੋ, ਵੱਖ-ਵੱਖ ਦੇਸ਼ ਵੱਖ-ਵੱਖ ਪਾਲਿਸੀ ਬਣਾਉਂਦੇ ਨੇ ਜੀ, ਮਾਈਗ੍ਰੇਸ਼ਨ ਵਾਸਤੇ ਵੱਖ-ਵੱਖ ਪਾਲਿਸੀ, ਵੱਖ-ਵੱਖ ਵੀਜ਼ਾ ਪਾਲਿਸੀ ਜੀ। ਇਹ ਕਿਸ ਚੀਜ਼ ਦੇ ਉੱਤੇ ਆਧਾਰਿਤ ਹੁੰਦੇ ਨੇ ਸਾਰੇ? ਕਿ ਪਾਲਿਸੀ ਕਿਉਂ ਡਿਫਰੈਂਟ ਹੈ? ਕਿ ਇਕਨੋਮੀ ਨੂੰ ਦੇਖ ਕੇ ਲੈਂਦੇ ਨੇ, ਆਪਣਾ ਕੋਈ ਉਹਨਾਂ ਦਾ ਆਪਣਾ ਕਲਚਰਲ ਇਸ਼ੂਜ਼ ਵੀ ਹੁੰਦੇ ਨੇ ਕਿ ਅਸੀਂ ਬਾਹਰਿਆਂ ਨੂੰ ਕਿੰਨਾ ਕੁ ਅਲਾਉ ਕਰਨਾ, ਕਿੰਨੀ ਕੁ ਇੱਥੇ ਆ ਕੇ ਲਿਬਰਟੀ ਦੇਣੀ ਹੈ? ਇਹ ਕਿਸ ਚੀਜ਼ ਨੂੰ ਬੇਸ ਬਣਾ ਕੇ ਇਹ ਸਾਰੀਆਂ ਪਾਲਿਸੀਆਂ ਤੈਅ ਹੁੰਦੀਆਂ ਨੇ? ਜਾਂ ਇੱਕ ਦੇਸ਼ ਦਾ ਦੂਸਰੇ ਦੇਸ਼ ਨਾਲ ਕੋਈ ਟਾਈ ਅਪ, ਕੋਈ ਸਮਝੌਤਾ ਆਪਸ ਦੇ ਵਿੱਚ, ਕੋਈ ਡੀਲ ਸਾਈਨ ਕੀਤੀ ਹੋਈ ਹੈ? ਅਲਟੀਮੇਟਲੀ ਦੇਖੋ ਸੰਜੀਵ ਜੀ, ਹੈ ਇਹ ਇਕਨੋਮਿਕਸ ਹੈ, ਸਾਰੇ ਪਾਸੇ ਹੈ, ਕਮਰਸ਼ੀਅਲ ਸਿਸਟਮ ਹੈ ਬਾਣੀਆਂ ਪੁਣਾਇਆ, ਇਹ 'ਚ ਕੋਈ ਦੂਜੀ ਰਾਏ ਨਹੀਂ ਹੈ। ਅੱਛਾ, ਜਿਸ ਚੀਜ਼ 'ਚ ਵੇਖਿਆ ਜਾਂਦਾ ਕਿ ਆਹ ਸਾਨੂੰ ਫਾਇਦਾ ਦੇਏਗਾ ਉਹ ਰੱਖਿਆ ਜਾਂਦਾ। ਬਿਕੋਜ਼ ਜਦੋਂ ਹੁਣ ਕੈਨੇਡਾ ਦੀ ਗੱਲ ਕਰ ਲਈ, ਕੈਨੇਡਾ ਦਾ ਸਭ ਤੋਂ ਵੱਡਾ ਐਸਟ ਕੀ ਆ? ਕੈਨੇਡਾ ਦਾ ਸਭ ਤੋਂ ਵੱਡਾ ਐਸਟ ਕੋਈ ਤੇਲ, ਮਿਨਰਲਸ, ਪਾਣੀ ਨਹੀਂ ਹੈਗਾ। ਕੈਨੇਡਾ ਦਾ ਸਭ ਤੋਂ ਵੱਡਾ ਐਸਟ ਹੈਗਾ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ, ਜਿਹੜੀ ਉਹਨਾਂ ਨੂੰ 33% ਦੇ ਕਰੀਬ ਇਕਨੋਮੀ 'ਚ ਮਦਦ ਕਰਦੀ ਹੈ। ਓਕੇ, ਬਿਕੋਜ਼ ਇਹ ਬਹੁਤ ਵੱਡਾ ਨੰਬਰ ਹੈ ਵੀ 33% ਤੁਹਾਡੀ ਇਕਨੋਮੀ ਇਕੱਲੀ ਇਮੀਗ੍ਰੇਸ਼ਨ ਪਾਲਿਸੀ ਦੇ ਉੱਪਰ ਡਿਪੈਂਡ ਕਰਦੀ ਹੈ। ਸੋ ਇਸੇ ਕਰਕੇ ਇਹ ਬਹੁਤ ਸੈਂਸਿਟਿਵ ਮੁੱਦਾ ਹੈ ਉੱਥੇ। ਹਾਂਜੀ, ਸਭ ਤੋਂ ਵੱਡਾ ਮੰਤਰਾਲਾ ਹੈ ਉੱਥੇ। ਜੀ ਜੀ ਜੀ। ਸੋ ਜਦੋਂ ਤੁਸੀਂ ਜਦੋਂ ਤੁਸੀਂ ਇਮੀਗ੍ਰੇਸ਼ਨ ਦੇ ਵਿੱਚ ਕੋਈ ਚੀਜ਼ਾਂ ਛੇੜਦੇ ਹੋ, ਉਹ ਸਾਰੀਆਂ ਇਸ ਲਈ ਆ ਕਿ ਫਿਊਚਰ ਦੇ ਵਿੱਚ ਇਹਨੂੰ ਹੋਰ ਵਧਾਇਆ ਜਾਵੇ, ਨਾ ਕਿ ਇਸ ਲਈ ਕਿ ਫਿਊਚਰ 'ਚ ਇਹਨੂੰ ਘਟਾ ਦੇਣਾ ਆ। ਕਿਉਂਕਿ ਅਸੀਂ ਵੇਖਿਆ ਕੈਨੇਡਾ ਦਾ ਕੋਟਾ ਸਾਲ ਦਰ ਸਾਲ ਇਨਕਰੀਜ਼ ਹੁੰਦਾ ਗਿਆ। ਕੈਨੇਡਾ ਦੇ ਨੰਬਰ ਗੇਮ ਸਾਲ ਦਰ ਸਾਲ ਇਨਕਰੀਜ਼ ਹੁੰਦੀ ਗਈ। ਦੂਸਰੇ ਪਾਸੇ ਯੂਕੇ ਵਰਗੇ ਮੁਲਕ ਆ ਜਿਹੜੇ ਹੁਣੇ ਯੂਰਪੀਅਨ ਯੂਨੀਅਨ ਤੋਂ ਟੁੱਟੇ ਆ, ਯੂਕੇ ਨੇ ਸਾਰੀ ਉਮਰ ਲਿਖ ਕੇ ਲਾਤਾ ਕਿ ਅਸੀਂ ਕਿਸੇ ਨੂੰ ਪੀਆਰ ਨਹੀਂ ਦੇਣੀ, ਪਰ ਇਕਨੋਮਿਕ ਪਾਲਿਸੀ ਪੁੱਠੀ ਪੈ ਗਈ। ਯੂਕੇ ਦੇ ਵਿੱਚ ਮਾਰਚ ਵਿੱਚ ਖਬਰ ਆਈ ਸੀ ਕਿ ਯੂਕੇ ਦੇ ਪੰਪਾਂ 'ਚ ਤੇਲ ਮੁੱਕ ਗਿਆ। ਅੱਛਾ ਜੀ। ਕਾਰਨ ਕੀ ਨਿਕਲਿਆ ਕਿ ਜਿਹੜਾ ਲੋਰੀ ਡਰਾਈਵਰ ਸਾਰੇ ਯੂਰਪੀਅਨ ਯੂਨੀਅਨ ਦੇ ਕੰਟਰੀਜ਼ ਤੋਂ ਆਉਂਦੇ ਸੀ, ਕੋਈ ਸਪੇਨ ਤੋਂ, ਕੋਈ ਪੁਰਤਗਾਲ ਤੋਂ, ਕੋਈ ਪੋਲੈਂਡ ਤੋਂ, ਕੋਈ ਚੈੱਕ ਤੋਂ, ਕੋਈ ਸਲੋਵਾਕ ਤੋਂ, ਜਿੰਨੇ ਵੀ ਲੋਕ, ਆਸਟਰੀਆ, ਇਟਲੀ, ਗ੍ਰੀਸ, ਜਿੰਨੇ ਵੀ ਲੋਕ ਪੱਕੇ ਤੌਰ ਤੇ ਯੂਰਪ 'ਚ ਰਹਿੰਦੇ ਸੀ, ਉਹ ਕੰਮ ਕਰਨ ਇੰਗਲੈਂਡ ਆਉਂਦੇ ਸੀ ਜੀ, ਯੂਕੇ 'ਚ ਆਉਂਦੇ ਸੀ। ਸੋ ਯੂਕੇ ਦੇ ਵਿੱਚ ਕੰਮਕਾਰ ਕਰਦੇ ਸੀ, ਪੈਸੇ ਕਮਾਉਂਦੇ ਸੀ ਤੇ ਵਾਪਸ ਚਲ ਜਾਂਦੇ ਸੀ, ਬਿਕੋਜ਼ ਉਹਨਾਂ ਨੂੰ ਔਨ ਅਰਾਈਵਲ ਵੀਜ਼ਾਸ ਨੇ। ਬ੍ਰੈਕਜ਼ਿਟ ਤੋਂ ਬਾਅਦ ਕੀ ਹੋ ਗਿਆ, ਉਹ ਆਉਣੇ ਬੰਦ ਹੋ ਗਏ ਜੀ ਜੀ ਜੀ। ਉਹਨਾਂ ਦੇ ਤੇਲ ਵਾਲੀਆਂ ਗੱਡੀਆਂ ਚੱਲਣੀਆਂ ਬੰਦ ਹੋ ਗਈਆਂ, ਪੰਪਾਂ ਤੇ ਤੇਲ ਦੀ ਸਪਲਾਈ ਰੁਕ ਗਈ। ਜਦੋਂ ਇੱਕਦਮ ਅਲਾਰਮਿੰਗ ਸਿਚੁਏਸ਼ਨ ਦਾ ਪਤਾ ਲੱਗਾ, ਆਰਮੀ ਨੂੰ ਲਾਇਆ ਗਿਆ ਕਿ ਪੰਪਾਂ ਤੇ ਤੇਲ ਦੀ ਢੋਆ ਢੋਆਈ ਕਰੀਏ ਤੇ ਨਾਰਮਲ ਚੀਜ਼ਾਂ ਤੇ ਲੈ ਕੇ ਆਈਏ। ਹੁਣ ਇਕਨੋਮਿਕ ਪਾਲਿਸੀ 'ਚ ਕੀ ਚੇਂਜ ਆਇਆ ਕਿ ਨਾਲ ਹੀ ਯੂਕੇ ਨੇ ਸਟੂਡੈਂਟਸ ਨੂੰ ਪੀਆਰ ਦੇਣੀ ਸ਼ੁਰੂ ਕਰਤੀ। ਰਾਈਟ। ਨਵਾਂ ਕਾਨੂੰਨ ਬਣ ਗਿਆ 1 ਜਨਵਰੀ 2021 ਤੋਂ ਕਿ ਹੁਣ ਪੁਆਇੰਟ ਬੇਸਡ ਇਮੀਗ੍ਰੇਸ਼ਨ ਆ, ਸਟੂਡੈਂਟ ਅਗਰ 70 ਪੁਆਇੰਟ ਪੂਰੇ ਕਰ ਲੈਂਦਾ ਆ ਤੇ ਉਹਦੀ ਪੀਆਰ ਹੈ। ਸੋ ਇਹ ਫਾਇਦਾ ਆਪਣਾ ਵੇਖਿਆ ਜਾਂਦਾ, ਉਹਦੇ ਬਦਲੇ ਤੁਹਾਡਾ ਵੀ ਫਾਇਦਾ ਹੋ ਜਾਂਦਾ। ਇਹ ਐਡਡ ਔਨ ਮਿਊਚੁਅਲ ਬੈਨੀਫਿਟ। ਹਾਂ, ਦਿਸ ਇਜ਼ ਬੇਸਿਕਲੀ ਵਰਕਿੰਗ ਫॉर ਮਿਊਚੁਅਲ ਬੈਨੀਫਿਟਸ। ਯੈਸ, ਕਿ ਸੋਚਿਆ ਮੈਂ ਆਪਣਾ ਭਲਾ ਸੀ, ਉਹਦੇ ਨਾਲ ਤੁਹਾਡਾ ਭਲਾ ਜੁੜਿਆ ਹੋਇਆ ਆ, ਸੋ ਮੈਂ ਇਹਨੂੰ ਮਾਰਕੀਟ ਕਰ ਸਕਦਾ। ਸੋ ਯੂਕੇ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਚੰਗੇ ਮੁਲਕਾਂ 'ਚ ਰਹਿਣ ਵਾਲਾ ਮੁਲਕ ਆ, ਜਿੱਥੇ ਸਟੂਡੈਂਟਸ ਜਾ ਕੇ ਪੀਆਰ ਹਾਸਲ ਕਰ ਸਕਦੇ ਆ, ਜਿੱਥੇ ਸਟੂਡੈਂਟ ਜਾ ਕੇ ਪੜ੍ਹ ਸਕਦੇ ਆ। ਔਰ ਇਹ ਜਿਹੜੀ ਪੜ੍ਹਾਈ ਆ, ਜਿਹੜੀ ਸਟੂਡੈਂਟਸ ਯੂਕੇ ਕਰਦੇ ਆ, ਇਹਦੇ ਬਦਲੇ ਜਿੱਦਾਂ ਸਟੂਡੈਂਟਸ ਨੂੰ ਕੈਨੇਡਾ 'ਚ ਟਰਾਲਾ ਨਹੀਂ ਚਲਾਉਣਾ ਪੈਂਦਾ, ਬਿਕੋਜ਼ ਤੁਸੀਂ ਕੁਝ ਵੀ ਪੜ੍ਹਿਆ ਹੋਵੇ, ਕੈਨੇਡਾ 'ਚ ਇੱਕ ਵਾਰੀ ਤੁਹਾਡਾ ਸਟੀਅਰਿੰਗ ਨੂੰ ਹੱਥ ਪੈਣਾ ਹੀ ਪੈਣਾ ਆ। ਚਾਹੇ ਤੁਸੀਂ ਡਾਕਟਰੀ ਪੜ੍ਹੀ, ਚਾਹੇ ਇੰਜੀਨੀਅਰਿੰਗ ਪੜ੍ਹੀ, ਮੈਡੀਕਲ ਪੜ੍ਹਿਆ, ਜੋ ਮਰਜ਼ੀ ਪੜ੍ਹਿਆ ਹੈ। ਇੱਦਾਂ ਹੀ ਆਸਟ੍ਰੇਲੀਆ ਵਰਗੇ ਮੁਲਕਾਂ 'ਚ ਤੁਹਾਡਾ ਟੈਕਸੀ ਦੇ ਸਟੀਅਰਿੰਗ ਨੂੰ ਹੱਥ ਪੈਣਾ ਹੀ ਪੈਣਾ ਆ। ਸੋ ਯੂਕੇ ਵਿੱਚ ਇੱਕ ਮੌਕਾ ਹੈ ਸਟੂਡੈਂਟਸ ਕੋਲੋਂ ਕਿ ਯੂਕੇ ਦੀ ਐਜੂਕੇਸ਼ਨ ਇੰਨੀ ਕਿ ਜ਼ਿਆਦਾ ਫੋਕਸਡ ਹੈ ਕਿ 93% ਸਟੂਡੈਂਟਸ ਬੱਚਿਆਂ ਦੇ ਕਰੀਅਰ ਐਜੂਕੇਸ਼ਨ ਦੇ ਨਾਲ ਜੁੜੇ ਹੋਏ ਆ ਜੀ ਜੀ। ਸੋ ਯੂਨੀਵਰਸਿਟੀਜ਼ ਦੀ ਪਲੇਸਮੈਂਟ 93% ਤੱਕ ਐਕੂਰੇਟ ਨੇ, ਬਿਕੋਜ਼ ਯੂਨੀਵਰਸਿਟੀਜ਼ ਦੀ ਜਿਹੜੀ ਕ੍ਰੈਡੀਬਿਲਿਟੀ ਆ ਉਹ ਲਾਈਕ ਕੋਈ 1000 ਸਾਲ ਪੁਰਾਣੀ ਆ, ਕੋਈ 800 ਸਾਲ ਪੁਰਾਣੀ ਆ, ਕੋਈ 1500 ਸਾਲ ਪੁਰਾਣੀ ਯੂਨੀਵਰਸਿਟੀ ਆ। ਔਰ ਇੰਨਾ ਲੰਬਾ ਸਾਡੇ ਕੋਲ ਤਾਂ ਸੋਚਿਆ ਨਹੀਂ ਜਾਂਦਾ। ਔਰ ਯੂਕੇ ਨੇ 2010 ਤੋਂ ਬਾਅਦ ਸਟੂਡੈਂਟ ਲੈਣੇ ਬੰਦ ਕੀਤੇ ਸੀ, ਪੂਰੇ 10 ਸਾਲਾਂ ਬਾਅਦ 20 ਚ ਜਾ ਕੇ ਖੋਲੇ ਨੇ। ਓਕੇ, ਕਿਉਂਕਿ ਲੋੜ ਪਈ। ਪਹਿਲਾਂ ਲੱਗਦਾ ਸੀ ਕਿ ਇਧਰੋਂ ਮਾਈਗ੍ਰੈਂਟਸ ਆਉਂਦੇ, ਨਵੇਂ ਮਾਈਗ੍ਰੈਂਟਸ ਆਉਣਗੇ ਤੇ ਭੀੜ ਪਾਉਣਗੇ। ਜਦੋਂ ਇਧਰਾਂ ਦੀ ਬ੍ਰੇਕ ਲੱਗ ਗਈ, ਹੁਣ ਲੱਗਾ ਵੀ ਦੂਜਿਆਂ ਨੂੰ ਤਾਂ ਬੁਲਾਉਣਾ ਹੀ ਪੈਣਾ ਆ। ਸਾਡੇ ਸਟੂਡੈਂਟਸ ਲਈ ਵਿਨ ਵਿਨ ਸਿਚੁਏਸ਼ਨ ਹੋ ਗਈ ਕਿ ਸਾਡਾ ਇੱਕ ਨਵਾਂ ਘਰ ਬਣ ਗਿਆ, ਜਿੱਥੇ ਸਾਡੀ ਚੌਥੀ ਪੀੜ੍ਹੀ ਵਾਸ ਕਰਦੀ ਆ, ਜਿੱਥੇ ਸਾਡਾ ਪੂਰਾ ਪੰਜਾਬੀ ਪੁਣਾ ਆ, ਔਰ ਜਿੱਥੇ ਜਾ ਕੇ ਸਟੂਡੈਂਟਸ ਲਈ ਪੈਸੇ ਕਮਾਉਣਾ ਵੀ ਬਹੁਤ ਜ਼ਿਆਦਾ ਸੌਖਾ ਆ। ਸੋ ਬੇਸਿਕਲੀ ਇਕਨੋਮਿਕਸ ਵਰਕਸ ਕਿ ਕਿੱਥੇ ਕਿੱਦਾਂ ਪ੍ਰੋਫਿਟ ਲੈ ਸਕਦੇ ਆ। ਬਾਟਮ ਲਾਈਨ ਇਜ਼ ਪ੍ਰੋਫਿਟ, ਟੋਟਲ ਬਿਜ਼ਨਸ ਹੈ। ਐਗਜ਼ੈਕਟਲੀ। ਔਰ ਉਸ ਦੇ ਮੁਤਾਬਿਕ ਹੀ ਤੁਸੀਂ ਜੋ ਇਕਨੋਮੀ ਨੂੰ ਸਪੋਰਟ ਕਰਦਾ ਉਹ ਪਾਲਿਸੀ ਤੁਸੀਂ ਬਣਾਓਗੇ ਔਰ ਉਸੇ ਹਿਸਾਬ ਨਾਲ ਤੁਸੀਂ ਵੀਜ਼ਾ ਸਾਰੇ ਖੋਲੋਗੇ ਜੀ। ਸੋ ਆਈ ਥਿੰਕ ਦੈਟਸ ਆਲ। ਅੱਜ ਦੇ ਵਾਸਤੇ ਆਪਾਂ
ਐਸੇ ਡਿਸਕਸ਼ਨ ਨੂੰ ਰੋਕਦੇ ਹਾਂ। ਸੋ ਨੈਕਸਟ ਐਪੀਸੋਡ ਦੇ ਵਿੱਚ ਫਿਰ ਨਵੀਆਂ ਗੱਲਾਂ ਲੈ ਕੇ ਆਵਾਂਗੇ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ ਫॉर ਦਿਸ ਵੰਡਰਫੁਲ ਟਾਕ। ਜੀ ਸਰ, ਬਹੁਤ ਸ਼ੁਕਰੀਆ। ਸੋ ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਕਹਿਣਾ ਚਾਹਾਂਗਾ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ, ਜੋ ਤੁਸੀਂ ਕੁਐਰੀਜ਼ ਚਾਹੁੰਦੇ ਹੋ, ਜੋ ਹੋਰ ਤੁਸੀਂ ਇੰਪਰੂਵਮੈਂਟਸ ਚਾਹੁੰਦੇ ਹੋ, ਹੋਰ ਜੋ ਤੁਸੀਂ ਨੌਲੇਜ ਚਾਹੁੰਦੇ ਹੋ, ਅਸੀਂ ਤੁਹਾਡੇ ਵਾਸਤੇ ਲੈ ਕੇ ਆਈਏ। ਸੋ ਪਲੀਜ਼ ਇਨਬਾਕਸ ਕਰੋ ਆਪਣੇ ਸਾਰੇ ਵਿਚਾਰ, ਸਾਨੂੰ ਆਪਣੇ ਵਿਚਾਰ ਲਿਖ ਕੇ ਭੇਜੋ, ਔਰ ਇਸੇ ਤਰ੍ਹਾਂ ਹੀ ਪੰਜਾਬ ਮੇਲ USA TV ਨੂੰ ਇੰਜੋਏ ਕਰਦੇ ਰਹੋ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।